FM बैंड 102.7 मेगाहर्ट्ज़ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਇੰਜੋਏ ਕਰਦੇ ਪਏ ਹੋ ਤੁਸੀਂ ਸਾਡੇ ਯੁਵਾ ਦੋਸਤਾਂ ਦਾ ਮਨਪਸੰਦ ਪ੍ਰੋਗਰਾਮ ਯੁਵਾਨੀ। ਤੇ ਦੋਸਤੋ ਹੁਣ ਯੁਵਾਨੀ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਆਏ ਹੋਏ ਹਾਂ ਕੈਂਪਸ ਸੈਗਮੈਂਟ ਲੈ ਕੇ ਦੁਆਬਾ ਕਾਲਜ ਜਲੰਧਰ ਦੇ ਵਿਹੜੇ ਵਿੱਚ ਤੇ ਦੇਖਦੇ ਹਾਂ ਕਿ ਅੱਜ ਇਸ ਕਾਲਜ ਦੇ ਵਿੱਚ ਕੀ ਟੈਲੈਂਟ ਹੈ। ਤੁਸੀਂ ਜੁੜੇ ਹੋਏ ਹੋ ਤੁਹਾਡੇ ਦੋਸਤ ਬਾਗੇਸ਼ਵਰ ਸਿੰਘ ਦੇ ਨਾਲ ਤੇ ਅੱਜ ਪਰਲ ਦੇ ਨਾਲ ਤੇ ਬਾਗੇਸ਼ਵਰ ਆਸ਼ਾ ਕਰਦੇ ਹਾਂ ਕਿ ਅੱਜ ਸਾਨੂੰ ਬਹੁਤ ਜ਼ਿਆਦਾ ਵਧੀਆ ਟੈਲੈਂਟ ਇੱਥੋਂ ਮਿਲੇਗਾ। ਬਿਲਕੁਲ ਇੰਨਾ ਸੋਹਣਾ ਸਾਉਣ ਦੇ ਮਹੀਨੇ ਦਾ ਇੱਕ ਬੜਾ ਖੂਬਸੂਰਤ ਮੌਸਮ ਹੈਗਾ ਤੇ ਦੇਖਦੇ ਹਾਂ ਕਿ ਅੱਜ ਸਾਡੇ ਕਾਲਜ ਦੇ ਸਟੂਡੈਂਟ ਕਿਸ ਤਰ੍ਹਾਂ ਦਾ ਮੌਸਮ ਬਣਾਉਂਦੇ ਨੇ ਜੀ। ਸੋ ਹਜੇ ਹੈਗੇ ਸੇ ਫਰਸਟ ਸਮੈਸਟਰ ਵੀ ਸਟਾਰਟ ਹੋਇਆ, ਨਵਾਂ ਕਾਲਜ ਸਟਾਰਟ ਹੋਇਆ ਹੈ, ਨਵੇਂ ਟੈਲੈਂਟ ਆਏ ਨੇ ਕਾਲਜ ਦੇ ਵਿੱਚ। ਸੋ ਲੈਟਸ ਸੀ ਵੀ ਚੱਲ ਰਹੀਆਂ ਨੇ, ਅਸੀਂ ਦੇਖ ਰਹੇ ਹਾਂ ਕਾਲਜ ਐਡਮਿਸ਼ਨ ਚੱਲ ਰਹੀਆਂ ਨੇ ਤੇ ਬਹੁਤ ਸਾਰੇ ਸਟੂਡੈਂਟ ਭੁੱਲੇ ਹੋਏ ਪੁੱਛ ਰਹੇ ਨੇ ਇੱਕ ਦੂਜੇ ਨੂੰ ਇਹ ਵਾਲਾ ਡਿਪਾਰਟਮੈਂਟ ਕਿੱਧਰ ਹੈ ਤੇ ਦੇਖਦੇ ਹਾਂ ਕਿੰਨਾ ਟੈਲੈਂਟ ਅੱਜ ਮਿਲਦਾ ਹੈ। ਸੋ ਚਲੋ ਫਿਰ ਦੁਆਬਾ ਕਾਲਜ ਦੀ ਇੱਕ ਛੋਟੀ ਜਿਹੀ ਗੇੜੀ ਲਾਉਂਦੇ ਆ ਤੇ ਕੈਂਪਸ ਜਿਹੜਾ ਸਾਡਾ ਸੈਗਮੈਂਟ ਹੈ ਦੇਖਦੇ ਹਾਂ ਉਹਦੇ ਵਿੱਚ ਅੱਜ ਸਾਨੂੰ ਕਿਹੜੇ ਸਟੂਡੈਂਟਸ ਦੇ ਨਾਲ ਗੱਲਬਾਤ ਕਰਨ ਨੂੰ ਮਿਲਦੀ ਆ। ਬਿਲਕੁਲ ਦੁਆਬਾ ਕਾਲਜ ਦੀ ਟੈਲੈਂਟ ਦੀ ਇੱਕ ਝਲਕ ਹੋ ਜਾਏ ਫਿਰ ਜੀ। ਸੋ ਲੈਟਸ ਸਟਾਰਟ। ਸਤਿ ਸ਼੍ਰੀ ਅਕਾਲ, ਤੁਹਾਡਾ ਕੀ ਨੇਮ ਹੈ? ਮੇਰਾ ਨਾਮ ਗੁਰਚੇਤ ਸਿੰਘ। ਓਕੇ, ਸੋ ਅੱਜ G20 ਬਾਰੇ ਸੈਮੀਨਾਰ ਹੋਇਆ। ਸੋ G20 ਤੇ ਤੁਹਾਡਾ ਕੀ ਆਊਟਲੁੱਕ ਹੈ? ਜਿਵੇਂ ਇਸ ਸੈਮੀਨਾਰ ਦੇ ਵਿੱਚ ਗੱਲ ਕੀਤੀ ਗਈ ਆ ਕਿ ਇਨਵਾਇਰਨਮੈਂਟ ਬਾਰੇ ਤੇ ਵਾਤਾਵਰਣ ਬਾਰੇ, ਕਿ ਸਾਨੂੰ ਆਪਣੇ ਵਾਤਾਵਰਣ ਬਾਰੇ, ਪਾਣੀ ਬਾਰੇ ਜਾਂ ਦੇਸ਼ ਦਾ ਜੋ ਕੁਝ ਹੋ ਰਿਹਾ ਵਾ ਆਪਣੇ ਸੋਚ ਲਈਏ ਕਿ ਜੋ ਸਾਡਾ ਕਲਚਰ ਆ ਉਹਦੇ ਬਾਰੇ। ਉਹਦੇ ਪਿੱਛੇ ਸਭ ਤੋਂ ਵੱਡੀ ਸਾਇੰਸ ਇਹ ਹੈ ਕਿ ਜਦੋਂ ਸਾਡੇ ਦੇਸ਼ ਦੇ ਵਿੱਚ ਜਾਂ ਸਾਡੇ ਪੂਰੇ ਵਰਲਡ ਦੇ ਵਿੱਚ ਇਹ ਕੁਝ ਚੇਂਜਸ ਆਏ ਆ, ਉਹ ਭਾਵੇਂ ਸਾਇੰਸ ਦੇ ਤੌਰ 'ਤੇ ਮੰਨ ਲਈਏ ਜਾਂ ਫਿਰ ਸਾਡੇ ਧਾਰਮਿਕ ਤੌਰ 'ਤੇ, ਇਹ ਦੋਵੇਂ ਚੀਜ਼ਾਂ ਨੂੰ ਅਸੀਂ ਕਿਵੇਂ ਇਕੱਠੀਆਂ ਕਰਨਾ ਵਾ ਇਹਦੇ ਉੱਪਰ ਸਾਨੂੰ ਵਿਚਾਰ ਕਰਨੀ ਚਾਹੀਦੀ ਆ। ਕਿਉਂਕਿ ਜਦੋਂ ਅਸੀਂ ਕੇਵਲ ਧਰਮ ਦੀ ਜਾਂ ਇਨਸਾਨੀਅਤ ਦੀ ਗੱਲ ਕਰਦੇ ਹਾਂ ਉਹਦੇ ਪਿੱਛੇ ਸਾਨੂੰ ਇੱਕ ਚੀਜ਼ ਦੱਸੀ ਜਾਂਦੀ ਹੈ ਕਿ ਇਨਸਾਨੀਅਤ ਵੱਡੀ ਆ, ਪਰ ਉਹਦੇ ਪਿੱਛੇ ਕੁਝ ਵਿਚਾਰਾਂ ਕਰੀਏ ਜਾਂ ਸੋਚੀਏ ਤਾਂ ਦੇਖਿਆ ਜਾਵੇ ਧਰਮ ਦੀ ਜਿਹੜੀ ਤਾਕਤ ਆ ਉਹ ਇਨਸਾਨੀਅਤ ਦੇ ਪਿੱਛੇ ਹੈ। ਜੇ ਪਿੱਛੇ ਧਰਮ ਨਹੀਂ ਤਾਂ ਇਨਸਾਨੀਅਤ ਨਹੀਂ। ਪਿਛਲੇ ਸਮੇਂ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਦੋਂ ਵੀ ਸਕੂਲਾਂ ਦੇ ਵਿੱਚ ਜਾਂ ਕਿਸੇ ਧਾਰਮਿਕ ਦਾਇਰੇ ਦੇ ਵਿੱਚ ਵਿੱਦਿਆ ਪੜ੍ਹਾਈ ਜਾਂਦੀ ਸੀ, ਉਸ ਤੋਂ ਪਹਿਲਾਂ ਉਹਨੂੰ ਉਹਦੇ ਕਲਚਰ ਬਾਰੇ, ਉਹਦੇ ਰਹਿਣ ਸਹਿਣ ਬਾਰੇ, ਇਨਸਾਨੀਅਤ ਬਾਰੇ ਦੱਸਿਆ ਜਾਂਦਾ ਸੀ। ਜਿੰਨਾ ਚਿਰ ਤੱਕ ਸਾਨੂੰ ਕਿਸੇ ਬਾਰੇ ਪਤਾ ਨਹੀਂ ਹੋਵੇਗਾ, ਉਹ ਭਾਵੇਂ ਇਨਸਾਨੀਅਤ ਆ ਜਾਂ ਫਿਰ ਕੋਈ ਰਿਲੀਜਨ ਆ, ਉਹਨਾਂ ਚਿਰ ਤੱਕ ਅਸੀਂ ਆਪਣੇ ਵਾਤਾਵਰਣ ਨੂੰ ਜਾਂ ਆਪਣੀ ਸੋਚ ਨੂੰ ਜਾਂ ਆਪਣੇ ਰਹਿਣ ਸਹਿਣ ਨੂੰ ਨਹੀਂ ਬਦਲ ਸਕਦੇ। ਬਿਲਕੁਲ, ਜਿਵੇਂ ਕਹਿੰਦੇ ਕਿ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਹੀ ਹੁੰਦਾ ਤੇ G20 ਇੱਕ ਤਰ੍ਹਾਂ ਨਾਲ ਵਿਚਾਰਾਂ ਦੀ ਮਿਲਣੀ ਹੈ ਤੇ ਜਦੋਂ 20 ਵੱਖ ਵੱਡੇ ਦੇਸ਼ ਦੇ ਵਿਚਾਰ ਮਿਲਣਗੇ ਤੇ ਬਿਲਕੁਲ ਬਹੁਤ ਵੱਡਾ ਮੈਨੂੰ ਲੱਗਦਾ ਰਿਜ਼ਲਟ ਪੈਦਾ ਹੋਏਗਾ। ਤੇ ਖੁਸ਼ੀ ਦੀ ਗੱਲ ਹੈ ਕਿ ਅਸੀਂ ਸਾਰੇ ਮਿਲ ਕੇ G20 ਦੇ ਬਾਰੇ ਵੀ ਗੱਲ ਕਰ ਰਹੇ ਹਾਂ ਤੇ ਕਿਹੜੇ ਵਿਚਾਰ ਚਰਚਾ ਹੋਈ ਵੀ ਅਸੀਂ ਸੈਮੀਨਾਰ 'ਚ ਵੀ ਸੁਣਿਆ। ਹਾਂਜੀ। ਸੋ ਸਤਿ ਸ਼੍ਰੀ ਅਕਾਲ, ਤੁਹਾਡਾ ਕੀ ਨੇਮ ਹੈ? ਮੇਰਾ ਨੇਮ ਨਿਸ਼ਠਾ ਹੈ। ਓਕੇ, ਸੋ ਨਿਸ਼ਠਾ ਤੁਹਾਡੇ ਵਿੱਚ ਕਿਹੜਾ ਸਪੈਸ਼ਲ ਟੈਲੈਂਟ ਹੈ? मैं क्राफ्ट बहुत अच्छा करती हूँ। ਓਕੇ, ਸੋ ਕਿਹੜਾ ਕਰਾਫਟ ਤੁਸੀਂ ਕਰਦੇ ਹੋ? ਮਤਲਬ ਕਿਹੜੇ ਟਾਈਪ ਦਾ ਆਰਟ ਕਰਦੇ ਹੋ? बेसिकली ज्वेलरीज बनाती हूँ मैं। ਜਿਊਲਰੀਜ਼ ਬਣਾਉਂਦੇ ਹੋ, ਮਤਲਬ ਕਿ ਹੈਂਡਮੇਡ ਜਿਊਲਰੀਜ਼ ਬਣਾਉਂਦੇ ਹੋ? हाँ जी। ਸੋ ਇਸ ਤੋਂ ਇਲਾਵਾ ਜਿਵੇਂ ਕਿ ਸਾਡੀ G20 ਦੀ ਥੀਮ ਹੈ ਵਸੁਦੈਵ ਕੁਟੁੰਬਕਮ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? आई थिंक ये बहुत अच्छा इनिशिएटिव है, मतलब अर्थ को बचाने के लिए जो लिया गया है, और बेसिकली ये बहुत एक अच्छा मैसेज है। यूथ को समझना चाहिए इसको, क्योंकि जैसे हमें पता है काफ़ी ज़्यादा नेचुरल डिज़ास्टर्स आ रहे हैं, तो आई थिंक हम सबको ये सपोर्ट करना चाहिए और इंस्टेड ऑफ नई सामान की तरफ हमारे को पुराना सामान रिसाइकल करना चाहिए। बिकॉज मैं एक आर्टिस्ट हूँ तो मैं उस वे से भी बोलूँगी। और हमारे को बहुत ज़रूरी नहीं है कि जो गवर्नमेंट हमारे को स्कीम्स बता रही है, जो गवर्नमेंट के थ्रू हम लोग सुन रहे हैं, हम उसी के ऊपर देखें। हम खुद भी अपनी तरफ से मेहनत कर सकते हैं और अपने आइडियाज़ शेयर कर सकते हैं। ਓਕੇ, ਸੋ ਬੀਇੰਗ ਐਨ ਆਰਟਿਸਟ ਤੁਸੀਂ ਇਹ ਵੀ ਦੱਸਤਾ ਕਿ ਕਿਵੇਂ ਵੇਸਟ ਤੋਂ ਸਾਨੂੰ ਬੈਸਟ ਦੀ ओर ਜਾਣਾ ਚਾਹੀਦਾ ਹੈ। ਬਿਲਕੁਲ। ਤੇ ਇੱਕ ਸਾਡੇ ਨਾਲ ਆਰਟਿਸਟ ਵੀ ਜੁੜੇ ਸੀ ਜਿਹੜੇ ਕ੍ਰਾਫਟ ਦੇ ਵਿੱਚ ਮਾਹਿਰ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਲਪਨਾ ਹੈ ਜੀ। ਕਲਪਨਾ ਜੀ, ਤੁਸੀਂ ਅੱਜ ਕੀ ਸੁਣਾਉਣਾ ਚਾਹੁੰਦੇ ਹੋ? ਮੈਂ ਕਦੀ ਲਿਖ ਲੈਂਦੀ ਹਾਂ ਤੇ ਮੈਂ ਆਪਣੀ ਲਿਖੀ ਹੋਈ ਇੱਕ ਕਵਿਤਾ ਹੀ ਸੁਣਾਉਣਾ ਚਾਹੂੰਗੀ। ਵਾਹ, ਬਹੁਤ ਖੂਬ। ਹਰ ਘਰ ਸੁੱਖ ਨਾਲ ਵਸਦਾ ਰਹੇ, ਹਰ ਮਾਂ ਦਾ ਪੁੱਤ ਹੱਸਦਾ ਰਹੇ, ਹਰ ਧੀ ਬਾਬਲ ਦੀ ਪਲਦੀ ਰਹੇ, ਹਰ ਘਰ ਚੁੱਲ੍ਹੇ ਦੀ ਅੱਗ ਬਲਦੀ ਰਹੇ,
ਰੋਟੀ ਸਭ ਨੂੰ ਨਸੀਬ ਹੋਵੇ, ਅਮੀਰ ਹੋਵੇ ਜਾਂ ਗਰੀਬ ਹੋਵੇ। ਹਰ ਬਾਗ 'ਚ ਫੁੱਲ ਖਿਲਦਾ ਰਹੇ, ਹਰ ਬਾਗੀ ਨੂੰ ਫਲ ਮਿਲਦਾ ਰਹੇ। ਹਰ ਮੁਸਾਫਰ ਨੂੰ ਰਾਹ ਲੱਜਦਾ ਰਹੇ, ਹਰ ਗੁੱਤ 'ਚ ਪਰਾਂਦਾ ਸਜਦਾ ਰਹੇ। ਹਰ ਟਾਹਣੀ ਤੇ ਕੋਇਲ ਕੂਕਦੀ ਰਹੇ, ਸੱਟ ਲੱਗੀ ਤੇ ਮਾਂ ਫੂਕਦੀ ਰਹੇ। ਬਾਪੂ ਦੀਆਂ ਝਿੜਕਾਂ ਪੈਂਦੀਆਂ ਰਹਿਣ, ਕਿਕਲੀ 'ਚ ਕਿਲਕਾਰੀਆਂ ਵੀ ਪੈਂਦੀਆਂ ਰਹਿਣ। ਨਜ਼ਰਾਂ ਮਾੜੀਆਂ ਸਭ ਲੈਂਦੀਆਂ ਰਹਿਣ, ਜਵਾਕ ਮੇਰਾ ਜਵਾਨੀਆਂ ਮਾਣੇ, ਮਾਵਾਂ ਇਹ ਗੱਲ ਕਹਿੰਦੀਆਂ ਰਹਿਣ। ਕੋਈ ਧੀ ਇਸ਼ਕੇ 'ਚ ਨਾ ਬਾਗੀ ਹੋਵੇ, ਉਸਦੇ ਪਿਓ ਦੀ ਪੱਗ ਨਾ ਦਾਗੀ ਹੋਵੇ। ਇੱਜ਼ਤਾਂ ਵੀ ਮਾਪਿਆਂ ਦੀਆਂ ਬਣੀਆਂ ਰਹਿਣ, ਖਿੜਦੀਆਂ ਪੰਜਾਬ ਦੀਆਂ ਸਭ ਗਲੀਆਂ ਰਹਿਣ। ਦੀਵਾ ਹਰ ਘਰ ਦੇ ਵਿਹੜੇ ਜਗਦਾ ਰਹੇ, ਚਾਨਣ ਹੀ ਚਾਨਣ ਹਰ ਪਾਸੇ ਲੱਗਦਾ ਰਹੇ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਮੇਰਾ ਪੰਜਾਬ ਜਿਉਂਦਾ ਵਸਦਾ ਰਹੇ, ਮੇਰਾ ਪੰਜਾਬ ਜਿਉਂਦਾ ਵਸਦਾ ਰਹੇ। ਵਾਹ, ਬਹੁਤ ਖੂਬ। ਮੇਰਾ ਪੰਜਾਬ ਜਿਉਂਦਾ ਵਸਦਾ ਰਹੇ, ਬਹੁਤ ਹੀ ਖੂਬਸੂਰਤ ਕਵਿਤਾ ਸੀ। ਪੰਜਾਬ ਦੇ ਲਈ ਆਪਣੀ ਜਿਹੜੀ ਮੁਹੱਬਤ ਹੈ, ਇਹਨਾਂ ਦੀ ਜਿਹੜਾ ਪਿਆਰ ਹੈ, ਉਹ ਇਹਨਾਂ ਨੇ ਬਹੁਤ ਹੀ ਖੂਬਸੂਰਤ ਸਤਰਾਂ ਦੇ ਵਿੱਚ ਦਰਸਾਇਆ। ਬਿਲਕੁਲ, ਮੈਨੂੰ ਲੱਗਦਾ ਇਸ ਦੇ ਨਾਲ ਨਾਲ ਜਿਹੜੀ ਸਾਡੀ ਥੀਮ ਹੈ ਵਸੁਧੈਵ ਕੁਟੁੰਬਕਮ, ਉਹ ਸਾਹਮਣੇ ਆ ਰਹੀ ਹੈ ਇੱਕ ਕਵਿਤਾ ਦੇ ਰਾਹੀਂ, ਕਲਾ ਦੇ ਰਾਹੀਂ, ਕਿਵੇਂ ਉਹਨਾਂ ਨੇ ਵੱਖ-ਵੱਖ ਇਸ਼ੂਜ਼ ਨੂੰ ਹਾਈਲਾਈਟ ਵੀ ਕੀਤਾ ਤੇ ਬਹੁਤ ਹੀ ਖੂਬਸੂਰਤ ਢੰਗ ਨਾਲ ਤੇ ਪੰਜਾਬ ਦੇ ਕਲਚਰ ਨੂੰ ਵੀ ਬਾਖੂਬੀ ਹੀ ਇਹਨਾਂ ਨੇ ਦਰਸਾਇਆ। ਵਾਹ। ਤੇ ਹੋਰ ਕਿਹੜੇ ਸਾਥੀ ਸਾਡੇ ਨਾਲ ਜੁੜਨਾ ਚਾਹੁੰਦੇ ਅੱਜ? ਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਭੂਮਿਕਾ। ਜੀ ਭੂਮਿਕਾ, ਤੁਸੀਂ ਅੱਜ ਕੀ ਲੈ ਕੇ ਆਏ ਹੋ ਸਾਡੇ ਲਈ? ਮੈਂ ਇੱਕ ਪੋਇਮ ਪੇਸ਼ ਕਰਨ ਜਾ ਰਹੀ ਹਾਂ। ਵਾਹ, ਠੀਕ ਹੈ, ਅਸੀਂ ਪੋਇਮ ਸੁਣਦੇ ਹਾਂ ਤੁਹਾਡੇ ਰਾਹੀਂ। ਹਾਂਜੀ। ਮੈਂ ਔਰਤ ਦੀ ਕੀ ਸਿਫਤ ਕਰਾਂ, ਇਨਸਾਨ ਖੁਦ ਔਰਤ ਦਾ ਜਾਇਆ ਹੈ। ਮੈਂ ਮਾਂ ਆਪਣੀ ਦੇ ਰੂਪ ਵਿੱਚੋਂ ਹਰ ਵਾਰ ਹੀ ਰੱਬ ਨੂੰ ਪਾਇਆ ਹੈ। ਇੱਕ ਔਰਤ ਮੇਰੀ ਦਾਦੀ ਮਾਂ, ਜਿਸ ਕਰਕੇ ਮੇਰੇ ਬਾਪ ਦੀ ਮੇਰੇ ਸਿਰ ਤੇ ਛਾਇਆ ਹੈ। ਮੈਂ ਬੈਠ ਜਿਨ੍ਹਾਂ ਦੇ ਮੋਢੇ ਤੇ ਝੂਟਾ ਕੁੱਲ ਜਹਾਨ ਦਾ ਪਾਇਆ ਹੈ। ਇੱਕ ਔਰਤ ਮੇਰੀ ਭੈਣ ਵੱਡੀ, ਜਿਸ ਬਚਪਨ ਨਾਲ ਲੰਘਾਇਆ ਹੈ। ਕਿਸੇ ਗਲਤੀ ਤੇ ਪੈਂਦੀ ਮਾਰ ਵੇਲੇ ਕਈ ਵਾਰ ਮੈਨੂੰ ਬਚਾਇਆ ਹੈ। ਹਰ ਘਰ ਵਿੱਚ ਔਰਤ ਹੁੰਦੀ ਹੈ, ਔਰਤ ਹਰ ਘਰ ਦਾ ਸਰਮਾਇਆ ਹੈ। ਫਿਰ ਪਤਾ ਨਹੀਂ ਦੁਨੀਆ ਨੇ ਕਿਉਂ ਧੀ ਨੂੰ ਮਾੜਾ ਬਣਾਇਆ ਹੈ। ਫਿਰ ਪਤਾ ਨਹੀਂ ਦੁਨੀਆ ਨੇ ਕਿਉਂ ਧੀ ਨੂੰ ਮਾੜਾ ਬਣਾਇਆ ਹੈ। ਬਹੁਤ ਹੀ ਖੂਬਸੂਰਤ ਕਵਿਤਾ ਸੀ ਤੁਹਾਡੀ, ਤੇ ਔਰਤ ਦਾ ਸਾਡੀ ਲਾਈਫ ਦੇ ਵਿੱਚ ਕੀ ਇੰਪੋਰਟੈਂਸ ਹੈ ਉਸ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਤੁਸੀਂ ਦੱਸਿਆ। ਬਿਲਕੁਲ, ਬਹੁਤ ਵਧੀਆ ਬਿਆਨ ਕੀਤਾ ਤੁਸੀਂ। ਇੱਕ ਬਹੁਤ ਹੀ ਗੰਭੀਰ ਸੋਸ਼ਲ ਇਸ਼ੂ ਹੈ ਤੇ ਉਸ ਦੇ ਨਾਲ ਨਾਲ ਅੱਜ ਵੂਮਨ ਇੰਪਾਵਰਮੈਂਟ 'ਤੇ ਅਸੀਂ ਗੱਲ ਕਰਦੇ ਹਾਂ ਤੇ ਅੱਗੇ ਆ ਕੇ ਕਵਿਤਾ ਦੇ ਰਾਹੀਂ ਇੱਕ ਇਸ਼ੂ ਸਾਡੇ ਅੱਗੇ ਲੈ ਕੇ ਵੀ ਆਉਂਦਾ ਹੈ। ਧੰਨਵਾਦ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ, ਕੀ ਨੇਮ ਹੈ ਤੁਹਾਡਾ? ਮੇਰਾ ਨਾਮ ਪੂਜਾ ਹੈ, ਮੈਂ BGMC 3rd ਸਮੈਸਟਰ ਦੀ ਸਟੂਡੈਂਟ ਹਾਂ ਤੇ ਅੱਜ ਮੈਂ ਤੁਹਾਨੂੰ ਇੱਕ ਸੌਂਗ ਸੁਣਾਉਣਾ ਚਾਹੁੰਦੀ ਹਾਂ। ਆਮ ਸ਼ੋਰ ਸਾਡੇ ਜਿਹੜੇ ਲਿਸਨਰਸ ਨੇ ਉਹ ਵੀ ਬੜੇ ਐਕਸਾਈਟਿਡ ਹੋਣਗੇ ਪੂਜਾ ਤੁਹਾਡੀ ਆਵਾਜ਼ ਦੇ ਵਿੱਚ ਗਾਣਾ ਸੁਣਨ ਦੇ ਲਈ। कहते हैं खुदा ने इस जहाँ में सभी के लिए किसी न किसी को है बनाया, हर किसी के लिए तेरा मिलना है उस रब का इशारा, मानो मुझको बना तेरे जैसे ही किसी के लिए। कहते हैं खुदा ने इस जहाँ में सभी के लिए किसी न किसी को है बनाया, हर किसी के लिए तेरा मिलना है उस रब का इशारा, माँ मुझको बनाया तेरे जैसे ही किसी के लिए। कुछ तो है तुझसे राबता, कुछ तो है तुझसे राबता, कैसे हम जाने हमें क्या पता, कुछ तो है तुझसे राबता। ਥੈਂਕ ਯੂ ਸੋ ਮਚ ਪੂਜਾ। ਥੈਂਕ ਯੂ। ਹਾਂਜੀ, ਕੀ ਨੇਮ ਹੈ ਤੁਹਾਡਾ? सिमरन। ਓਕੇ ਸਿਮਰਨ, ਸੋ ਅੱਜ ਕਿਹੜਾ ਸਪੈਸ਼ਲ ਟੈਲੈਂਟ ਤੁਸੀਂ ਸਾਡੇ ਲਿਸਨਰਸ ਨੂੰ ਸੁਣਾਓਗੇ? ਪੋਇਟਰੀ। ਮੈਂ ਆਪਣੀ ਮਦਰ ਨੂੰ ਇੱਕ ਪੋਇਟਰੀ ਡੈਡੀਕੇਟ ਕੀਤੀ ਹੈ ਜੋ ਉਹਨਾਂ ਵਾਸਤੇ ਮੈਂ ਲਿਖੀ ਸੀ। ਹਾਲੇ ਤੱਕ ਮੈਂ ਉਹਨਾਂ ਨੂੰ ਸੁਣਾਈ ਵੀ ਨਹੀਂ ਹੈ। ਸੋ ਉਹਨਾਂ ਨੂੰ ਸਰਪ੍ਰਾਈਜ਼ ਮਿਲ ਜੂਗਾ ਅੱਜ ਜੋ ਸੁਣ ਰਹੇ ਨੇ ਜੀ। ਤੇ ਮੈਨੂੰ ਲੱਗਦਾ ਉਹਨਾਂ ਲਈ ਸਰਪ੍ਰਾਈਜ਼ ਅੱਜ ਇਹਨਾਂ ਨੇ ਸਰਪ੍ਰਾਈਜ਼ ਹੋਏਗਾ। ਇਸ ਸੈਗਮੈਂਟ ਦੇ ਰਾਹੀਂ ਤੁਸੀਂ ਆਪਣੀ ਮਦਰ ਨੂੰ ਇੱਕ ਥੈਂਕਸ ਵੀ ਕਰ ਸਕਦੇ ਹੋ ਤੇ ਇੱਕ ਸਪੈਸ਼ਲ ਜਿਹੜੀ ਪੋਇਟਰੀ ਹੈ ਉਹ ਵੀ ਸੁਣਾ ਸਕਦੇ ਹੋ। ਉਹਦੀ टाइटल है उसने कहा मैं माँ लिखूं। उसने कहा मैं माँ लिखूं, तुम ही बताओ मैं उसे क्या लिखूं। लक्ष्मी लिखूं या दुर्गा लिखूं या फिर अपनी औलाद के लिए उसका बेइंतहा प्यार लिखूं। उसने कहा मैं माँ लिखूं, तुम ही बताओ मैं उसे क्या लिखूं। थक जाती है बहुत पर फिर भी मुस्कुराती है, क्या मैं उसके चेहरे की एक वो मुस्कान लिखूं। उसने कहा मैं माँ लिखूं, तुम ही बताओ मैं उसे क्या लिखूं। और जिसके पास माँ है क्या मैं उसे दुनिया का सबसे धनवान इंसान लिखूं। उसने कहा मैं माँ लिखूं, तुम ही बताओ मैं उसे क्या लिखूं। ਸੋ ਮੈਨੂੰ ਲੱਗਦਾ ਤੁਹਾਡੇ ਜਿਹੜੇ ਮੰਮੀ ਨੇ ਉਹ ਬਹੁਤ ਜ਼ਿਆਦਾ ਖੁਸ਼ ਹੋ ਜਾਣਗੇ ਕਿ ਬੜੇ ਸਪੈਸ਼ਲ ਤਰੀਕੇ ਨਾਲ ਤੁਸੀਂ ਜਿਹੜੀ ਪੋਇਮ ਉਹਨਾਂ ਨੇ ਲਿਖੀ ਹੈ ਉਹਨਾਂ ਨੂੰ ਸੁਣਾ ਰਹੇ ਹੋ। ਬਿਲਕੁਲ, ਬਹੁਤ ਖੂਬ ਕਵਿਤਾ ਸੀ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪ੍ਰੀਤੀ ਹੈ, ਮੈਂ BGMC 3rd ਸਮੈਸਟਰ ਦੀ ਸਟੂਡੈਂਟ ਹਾਂ। ਜੀ ਪ੍ਰੀਤੀ ਜੀ, ਤੁਸੀਂ ਅੱਜ ਸਾਨੂੰ ਹੁਣੇ ਮੈਡਮ ਤੁਹਾਡੇ ਕਾਲਜ ਦੱਸ ਰਹੇ ਨੇ ਤੁਸੀਂ ਕਾਲਜ ਵਿੱਚ ਟੌਪ ਕੀਤਾ ਹੈ, ਪੂਰੀ ਯੂਨੀਵਰਸਿਟੀ ਦੇ ਵਿੱਚ ਸਭ ਤੋਂ ਵੱਧ ਨੰਬਰ ਲਿਆ ਕੇ ਤੁਸੀਂ ਅੱਗੇ ਆਏ ਹੋ ਤੇ ਬਹੁਤ ਖੁਸ਼ੀ ਦੀ ਗੱਲ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਰਾਹੀਂ?
ਪਹਿਲੀ ਗੱਲ ਤਾਂ ਮੈਂ ਬਹੁਤ ਖੁਸ਼ ਹਾਂ ਔਰ ਮੈਂ ਬਹੁਤ ਮਿਹਨਤ ਕੀਤੀ ਹੈ ਇਸ ਚੀਜ਼ ਦੇ ਲਈ। ਮੇਰੇ ਕਲਾਸ ਟੀਚਰਸ ਨੇ, ਮੇਰੇ ਟੀਚਰਸ ਜਿਹੜੇ ਆ ਉਹ ਬਹੁਤ ਜ਼ਿਆਦਾ ਕੋਆਪਰੇਟਿਵ ਹੈ, ਮੇਰਾ ਕਾਫੀ ਸਪੋਰਟ ਕਰਦੇ ਆ ਤੇ ਮੈਂ ਨਾਲ ਹੀ ਜੌਬ ਵੀ ਕਰਦੀ ਹਾਂ। ਯੂਨੀਵਰਸਿਟੀ ਦੇ ਵਿੱਚ ਟੌਪ ਕਰਨਾ ਮੇਰੇ ਟੀਚਰਸ ਦਾ ਸਭ ਤੋਂ ਵੱਡਾ ਸਪੋਰਟ ਹੈ। ਮੈਂ ਬਹੁਤ ਮਿਹਨਤ ਕੀਤੀ ਹੈ ਇਸ ਚੀਜ਼ ਦੇ ਲਈ। ਬਹੁਤ ਖੂਬ ਗੱਲ ਹੈ। ਤੇ ਇੱਕ ਜੌਬ ਮੈਨੇਜ ਕਰਨ ਦੇ ਨਾਲ ਨਾਲ ਤੁਸੀਂ ਪੜ੍ਹਾਈ ਵੀ ਕਰ ਰਹੇ ਹੋ, ਤੇ ਕਿਸ ਤਰ੍ਹਾਂ ਤੁਸੀਂ ਮੈਨੇਜ ਕਰ ਰਹੇ ਹੋ? ਜਿਵੇਂ ਤੁਸੀਂ ਬਿਲਕੁਲ ਯੂਨੀਵਰਸਿਟੀ ਸਭ ਤੋਂ ਅੱਗੇ ਆ ਰਹੇ ਹੋ, ਤੇ ਕਿਵੇਂ ਤੁਹਾਡਾ ਪੜ੍ਹਾਈ ਦਾ ਕੀ ਸ਼ਡਿਊਲ ਰਹਿੰਦਾ? ਮੇਰਾ ਸ਼ਡਿਊਲ ਨਾਈਟ ਸ਼ਡਿਊਲ ਰਹਿੰਦਾ। ਮੈਂ ਰਾਤੀ ਬੈਠ ਕੇ ਪੜ੍ਹਦੀ ਕਿਉਂਕਿ ਉਸ ਟਾਈਮ 'ਤੇ ਸ਼ਾਂਤੀ ਹੁੰਦੀ ਹੈ ਅਤੇ ਮੈਨੂੰ ਸ਼ਾਂਤੀ ਦੇ ਵਿੱਚ ਹੀ ਪੜ੍ਹਨਾ ਪਸੰਦ ਹੈ। ਸੋ ਤੁਸੀਂ ਜਰਨਲਿਜ਼ਮ ਦੇ ਵਿੱਚ ਟੌਪ ਕੀਤਾ। ਸੋ ਜਰਨਲਿਜ਼ਮ ਨੂੰ ਪਰਸਿਊ ਕਰਨਾ ਤੁਹਾਡਾ ਆਪਣਾ ਡਿਸੀਜਨ ਸੀ ਕਿ ਘਰਦਿਆਂ ਨੇ ਕਿਹਾ ਕਿ ਨਹੀਂ ਜਰਨਲਿਜ਼ਮ ਅੱਗੇ ਪਰਸਿਊ ਕਰਨਾ ਚਾਹੀਦਾ? ਨਹੀਂ, ਮੇਰਾ ਡਿਸੀਜਨ ਸੀਗਾ। ਮੈਂ ਫਿਊਚਰ ਦੇ ਵਿੱਚ ਵੀ ਮੇਰਾ ਗੋਲ ਹੈ ਕਿ ਮੈਂ ਡਾਇਰੈਕਟਰ ਬਣਨਾ ਹੈ ਅਤੇ ਜਰਨਲਿਸਟ ਬਣਨਾ ਹੈ। ਓਕੇ, ਸੋ ਤੁਸੀਂ ਕਿਹਾ ਤੁਸੀਂ ਪੜ੍ਹਾਈ ਦੇ ਨਾਲ ਨਾਲ ਜੌਬ ਵੀ ਕਰਦੇ ਹੋ। ਸੋ ਇਸ ਵੇਲੇ ਕਿਸ ਸੈਕਟਰ ਦੇ ਵਿੱਚ ਤੁਸੀਂ ਜੌਬ ਕਰ ਰਹੇ ਹੋ? ਮੈਂ ਇਮੀਗ੍ਰੇਸ਼ਨ ਦੇ ਵਿੱਚ ਜੌਬ ਕਰ ਰਹੀ ਹਾਂ ਹਜੇ। ਮੈਨੂੰ ਲੱਗਦਾ ਹੈ ਕਿ ਪੜ੍ਹਾਈ ਦੇ ਨਾਲ ਨਾਲ ਜੌਬ ਕਰਨਾ ਕੋਈ ਸੌਖੀ ਚੀਜ਼ ਨਹੀਂ ਹੈ, ਤੇ ਉਹਦੇ ਬਾਅਦ ਯੂਨੀਵਰਸਿਟੀ ਨੂੰ ਟੌਪ ਕਰਨਾ, ਆਪਣੇ ਪੇਰੈਂਟਸ ਨੂੰ, ਟੀਚਰਸ ਨੂੰ ਪ੍ਰਾਊਡ ਫੀਲ ਕਰਾਉਣਾ ਵੀ ਕੋਈ ਛੋਟਾ ਮੋਟਾ ਕੰਮ ਨਹੀਂ ਹੈ। ਸੋ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਕੁਝ ਕਾਫੀ ਚੀਜ਼ਾਂ ਮੈਨੇਜ ਕਰਨੀਆਂ ਹੁੰਦੀਆਂ, ਤੇ ਮੈਨੂੰ ਲੱਗਦਾ ਜਰਨਲਿਜ਼ਮ ਦੇ ਵਿੱਚ ਜਿਹੜੀ ਇੱਕ ਆਪਣੇ ਆਪ 'ਚ ਬੜੀ ਔਖੀ ਜੌਬ ਹੈ, ਤੇ ਤੁਸੀਂ ਉਹ ਬਹੁਤ ਬਾਖੂਬੀ ਨਿਭਾ ਸਕਦੇ ਹੋ ਕਿ ਤੁਸੀਂ ਸਟੂਡੈਂਟ ਵੇਲੇ ਹੀ ਜੌਬ ਵੀ ਮੈਨੇਜ ਕਰ ਰਹੇ ਹੋ, ਪੜ੍ਹਾਈ ਦੇ ਵਿੱਚ ਬਹੁਤ ਅੱਗੇ ਆ ਰਹੇ ਹੋ, ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ। ਤੇ ਨਾਲ ਹੀ ਤੁਸੀਂ ਕਹਿ ਰਹੇ ਹੋ ਤੁਸੀਂ ਅੱਗੇ ਡਾਇਰੈਕਸ਼ਨ ਦੀ ਫੀਲਡ ਦੇ ਵਿੱਚ ਵੀ ਜਾਣਾ ਹੈ। ਸੋ ਆਕਾਸ਼ਵਾਣੀ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਕਿ ਤੁਸੀਂ ਟੌਪ ਕੀਤਾ। ਤੇ ਹਜੇ ਸਾਡਾ G20 ਦਾ ਸੈਮੀਨਾਰ ਹੋਇਆ। ਸੋ G20 ਦੇ ਉੱਤੇ ਤੁਹਾਡਾ ਕੀ ਆਊਟਲੁੱਕ ਹੈ? ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿਹੜੀ ਗਵਰਨਮੈਂਟ ਹੈ ਉਹ ਗਲੋਬਲ ਦੇ ਉੱਪਰ ਜਿਹੜਾ ਕੰਮ ਕਰ ਰਹੀ ਹੈ ਹੁਣ, ਕਿਉਂਕਿ ਗਲੋਬਲ ਵਾਰਮਿੰਗ ਕਾਫੀ ਜ਼ਿਆਦਾ ਹੋ ਗਈ ਹੈ। ਮੈਂ ਕਾਫੀ ਸਾਰੀ ਚੀਜ਼ਾਂ ਕਿ ਕਾਫੀ ਕੁਝ ਦੇਖਦੀ ਹਾਂ ਕਿ ਕਾਫੀ ਖਰਾਬ ਹੋ ਗਿਆ, ਤੇ ਹੁਣ ਨਾ ਸਿਰਫ ਗਵਰਨਮੈਂਟ ਬਲਕਿ ਸਾਨੂੰ ਵੀ ਕੁਝ ਕਰਨਾ ਚਾਹੀਦਾ, ਕਿਉਂਕਿ ਜੇ ਗਵਰਨਮੈਂਟ ਹੀ ਸਿਰਫ ਕਰੇਗੀ ਤੇ ਸਾਡਾ ਕੀ ਕੰਮ ਹੈ? ਫਿਰ ਆਪਾਂ ਵੀ ਤਾਂ ਰਹਿੰਦੇ ਹੀ ਹਾਂ, ਤੇ ਇਸ ਕਰਕੇ ਸਾਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ। ਲਾਈਕ ਟਰੀਜ਼ ਵਗੈਰਾ, ਜ਼ਿਆਦਾ ਕੁਛ ਨਹੀਂ, ਆਪਾਂ ਟਰੀ ਵਗੈਰਾ ਹੀ ਲਗਾ ਦਈਏ ਤਾਂ ਉਹੀ ਬਹੁਤ ਵੱਡਾ ਕੰਮ ਹੋ ਜਾਏਗਾ ਸਾਡਾ। ਬਹੁਤ ਖੂਬਸੂਰਤ ਮੈਸੇਜ ਹੈ ਕਿ ਸਿਰਫ ਸਰਕਾਰਾਂ ਹੀ ਨਹੀਂ, ਸਾਡੀ ਵੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ, ਤੇ ਉਹਦੇ ਨਾਲ ਨਾਲ ਜੇ ਲੋਕਤੰਤਰ ਦਾ ਦੇਸ਼ ਹੈ ਤੇ ਲੋਕਾਂ ਦੀ ਵੀ ਓਨੀ ਹੀ ਜ਼ਿੰਮੇਵਾਰੀ ਹੈ ਜਿੰਨੀ ਸਰਕਾਰਾਂ ਦੀ ਹੈ ਕਿ ਆਪਾਂ ਵੀ ਸਾਡੇ ਦੇਸ਼ ਦੇ ਲਈ, ਸਾਡੇ এনवायरमेंट ਦੇ ਲਈ ਕਰੀਏ। ਤੇ ਤੁਸੀਂ ਕਿਹਾ ਕਿ ਕਲਾਈਮੇਟ ਚੇਂਜ ਐਂਡ ਆਲ ਵਗੈਰਾ ਵੀ ਹੋ ਰਿਹਾ, ਸੋ ਨਾਲ ਤੁਸੀਂ ਇਹ ਵੀ ਕਿਹਾ ਕਿ ਸਾਨੂੰ ਵੀ ਐਜ਼ ਅ ਸਿਟੀਜ਼ਨਸ ਆਫ ਇੰਡੀਆ ਕੁਛ ਨਾ ਕੁਛ ਕਰਨਾ ਚਾਹੀਦਾ ਹੈ। ਸੋ ਬਿਸਾਈਡਸ ਪਲਾਂਟਿੰਗ, ਕਲਾਈਮੇਟ ਚੇਂਜ ਦੇ ਵਿੱਚ ਤੁਹਾਨੂੰ ਕੀ ਲੱਗਦਾ ਕੀ ਸਹਿਯੋਗ ਦਿੱਤੇ ਜਾ ਸਕਦੇ ਨੇ? ਲਾਈਕ ਪਲਾਂਟ ਨੂੰ ਲਗਾ ਸਕਦੇ ਆਪਾਂ, ਅਤੇ ਪਾਣੀ ਵਗੈਰਾ ਜਿਹੜਾ ਹੈ ਉਹਨੂੰ ਰੱਖ ਸਕਦੇ ਹਾਂ, ਮਤਲਬ ਪਾਣੀ ਬਚਾ ਸਕਦੇ ਹਾਂ। ਜਾਂ ਜ਼ਰੂਰੀ ਨਹੀਂ ਸ਼ਾਵਰ ਹੀ ਯੂਜ਼ ਕਰੀਏ, ਆਪਾਂ ਬਾਲਟੀ ਦੇ ਨਾਲ ਵੀ ਲੈ ਕੇ ਪਾਣੀ ਬਚਾ ਸਕਦੇ ਹਾਂ। ਅਤੇ ਜ਼ਿਆਦਾਤਰ ਲੋਕ ਕੀ ਕਰਦੇ ਕਿ ਪਾਣੀ ਵੇਸਟ ਕਰਦੇ, ਤਾਂ ਉਹਨੂੰ ਜ਼ਿਆਦਾ ਮੋਸਟਲੀ ਕਰਨਾ ਚਾਹੀਦਾ ਕਿ ਪਾਣੀ ਨਾ ਵੇਸਟ ਹੋਵੇ, ਤਾਂ ਕਿ ਟਰੀਜ਼ ਵਗੈਰਾ ਸਾਡੇ ਸੇਫ ਰਹਿਣ। ਅਤੇ ਕੱਟਦੇ ਵੀ ਹੈ ਕੁਛ ਲੋਕ, ਅਤੇ ਉਹਨਾਂ ਨੂੰ ਵੀ ਇਹੀ ਹੈ ਕਿ ਉਹ ਟਰੀਜ਼ ਵਗੈਰਾ ਨਾ ਕੱਟ। ਬਿਲਕੁਲ, ਜਿਹੜੇ ਛੋਟੇ ਛੋਟੇ ਕਦਮ ਹੁੰਦੇ ਆ ਉਹਨਾਂ ਦੇ ਨਾਲ ਮਿਲ ਕੇ ਹੀ ਅਸੀਂ ਇੱਕ ਬਹੁਤ ਵੱਡਾ ਸਟੈਪ ਲੈ ਸਕਦੇ ਹਾਂ। ਬੂੰਦ ਬੂੰਦ ਦੇ ਨਾਲ ਹੀ ਸਾਗਰ ਬਣਦਾ ਹੈ। ਉਸੇ ਤਰੀਕੇ ਨਾਲ ਛੋਟੇ ਛੋਟੇ ਜਿਹੜੇ ਕਦਮ ਨੇ, ਇੱਕ ਕਦਮ ਅੱਗੇ ਜੇ ਆਪਾਂ ਵਧਾਈ ਜਾਣਗੇ ਤਾਂ ਡੈਫੀਨੇਟਲੀ ਜਿਹੜੇ ਕਲਾਈਮੇਟ ਚੇਂਜਸ ਨੇ ਉਹਨਾਂ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ। ਬਿਲਕੁਲ, ਤੇ ਦੁਆਬਾ ਕਾਲਜ ਦੇ ਵਿਹੜੇ 'ਚ ਨੌਜਵਾਨਾਂ ਵੱਲੋਂ ਇੰਨੇ ਖੂਬਸੂਰਤ ਮੈਸੇਜ ਸੁਣ ਕੇ ਖੁਸ਼ੀ ਹੋ ਰਹੀ ਹੈ ਕਿ ਬਹੁਤ ਹੀ ਇੱਕ ਸੁਨਹਿਰਾ ਭਵਿੱਖ ਅਸੀਂ ਵੇਖ ਰਹੇ ਹਾਂ। ਜਿਹੜੀ ਸਾਡੀ ਯੂਥ ਹੈ ਉਹ ਇੱਕ ਸਹੀ ਡਾਇਰੈਕਸ਼ਨ ਦੇ ਵਿੱਚ ਜਾਂਦੀ ਪਈ ਹੈ, ਇਹ ਉਸ ਦਾ ਪ੍ਰਤੀਕ ਹੈ। ਬਿਲਕੁਲ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਸਤਿ ਸ਼੍ਰੀ ਅਕਾਲ ਜੀ, ਕੀ ਨੇਮ ਹੈ ਤੁਹਾਡਾ? ਸ੍ਰਿਸ਼ਟੀ। ਓਕੇ ਸ੍ਰਿਸ਼ਟੀ, ਸੋ ਤੁਸੀਂ ਕਿਹਾ ਕਿ ਤੁਸੀਂ ਕੋਈ ਆਪਣਾ ਸਪੈਸ਼ਲ ਟੈਲੈਂਟ ਸਾਡੇ ਸਰੋਤਿਆਂ ਦੇ ਲਈ ਪੇਸ਼ ਕਰਨਾ ਚਾਹੁੰਦੇ ਹੋ, ਸੋ ਕੀ ਟੈਲੈਂਟ पेश करोगे आज? मैं पोइट्रीज लिखती हूँ एंड फिर वो बोलती भी हूँ जी। तो ऐसी वैसी ना समझो कि यूं ही बहल जाऊंगी, ऐसी वैसी ना समझो कि यूं ही बहल जाऊंगी, मेरी बातों को गौर से सुनिएगा, बनियों की पुत्री हूँ तो शब्दों में खेल जाऊंगी। एक छोटी सी मैं लड़की हूँ, कुछ सवाल लेकर आई हूँ, एक छोटी सी मैं लड़की हूँ, कुछ सवाल लेकर आई हूँ, आंखों में आंसू और दिल में बवाल लेकर आई हूँ। हाँ, मैं ही वो निर्भया, मैं ही वो 2 साल की बच्ची हूँ जो चीख चीख कर कहती है छोड़ दो मुझे, मैं उम्र से कच्ची हूँ। हाँ, हुआ था शोषण मेरा भी, मगर मैं खुद को मौत के घाट नहीं सुलाऊंगी कि मैं कलयुग की द्रौपदी हूँ, लाज बचाने श्री कृष्ण नहीं बुलाऊंगी। धारण कर मैं अस्त्र शस्त्र, मैं खुद ब्रह्मास्त्र चलाऊंगी, और हनुमान जी की भक्त हूँ मैं, ये कहने से कतई नहीं घबराऊंगी। तुम छुओ मेरी पूंछ एक बार फिर से, तुम छुओ मेरी पूंछ एक बार फिर से, मैं खड़े खड़े तुम्हारी लंका फूंक जाऊंगी, मैं खड़े खड़े तुम्हारी लंका फूंक जाऊंगी कि मैं कलयुग की द्रौपदी हूँ, लाज बचाने श्री कृष्ण नहीं बुलाऊंगी।
ਧੰਨਵਾਦ। ਬਹੁਤ ਹੀ ਖੂਬਸੂਰਤ ਕਵਿਤਾ ਸੀ ਤੇ ਡੈਫੀਨੇਟਲੀ ਤੁਸੀਂ ਇਹ ਕਿਹਾ ਕਿ ਜਿਹੜੀ ਵੀ ਕੁੜੀਆਂ ਨੇ ਉਹਨਾਂ ਨੂੰ ਕਿਸੇ ਤੇ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ। ਬਿਲਕੁਲ ਬਹੁਤ ਹੀ ਇੰਪਾਵਰਿੰਗ ਕਵਿਤਾ ਸੀਗੀ ਤੇ ਸ਼ਾਇਦ ਸਾਨੂੰ ਇਨਸਪੀਰੇਸ਼ਨ ਵੀ ਮਿਲਦੀ ਹੈ ਕਿ ਸਾਡੇ ਸਮਾਜ ਦੇ ਵਿੱਚ ਅੱਜ ਔਰਤਾਂ ਬਹੁਤ ਅੱਗੇ ਆ ਰਹੀਆਂ ਨੇ। ਇੱਥੇ ਤੱਕ ਸਾਡੇ ਮਾਣਯੋਗ ਰਾਸ਼ਟਰਪਤੀ ਵੀ ਉਹ ਵੀ ਇੱਕ ਆਪਣੇ ਆਪ 'ਚ ਮਿਸਾਲ ਨੇ ਕਿ ਕਿਵੇਂ ਉਹ ਇੱਕ ਔਰਤ ਦੇ ਲਈ ਇੱਕ ਦੇਸ਼ ਦੇ ਸਭ ਤੋਂ ਉੱਚੇ ਪਦ ਤੇ ਆਉਣਾ ਤੇ ਇੱਕ ਬਹੁਤ ਬਾਖੂਬੀ ਉਸ ਪਦ ਦੇ ਉੱਤੇ ਆਪਣੀਆਂ ਸੇਵਾਵਾਂ ਨਿਭਾਉਣਾ। ਤੇ ਇੱਕ ਤੁਸੀਂ ਬਹੁਤ ਹੀ ਖੂਬਸੂਰਤ ਕਵਿਤਾ ਸੁਣਾਈ, ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? मेरा नाम कशिश है। ਜੀ ਕਸ਼ਿਸ਼, ਤੁਸੀਂ ਅੱਜ ਕੀ ਸੁਣਾਉਣਾ ਚਾਹੁੰਦੇ ਆ ਸਾਨੂੰ? मैं पोइम सुनाना चाहूँगी। छोटी सी है जिंदगी, हर बात में खुश रहो, जो चेहरा पास ना हो उसकी आवाज़ में खुश रहो, कोई रूठा हो आपसे उसके अंदाज में खुश रहो, जो लौट के नहीं आने वाले उनकी याद में खुश रहो, कल किसने देखा है अपने आज में खुश रहो, कल किसने देखा है अपने आज में खुश रहो। ਵਾਹ, ਬਹੁਤ ਖੂਬ। ਬਹੁਤ ਹੀ ਸੋਹਣੀ ਕਵਿਤਾ ਸੀ ਤੇ ਡੈਫੀਨੇਟਲੀ ਟੈਲਸ ਅਸ ਕਿ ਸਾਨੂੰ ਪ੍ਰੈਜ਼ੈਂਟ 'ਚ ਰਹਿਣਾ ਚਾਹੀਦਾ ਹੈ। ਕੱਲ ਦਾ ਪਤਾ ਨਹੀਂ, ਜਿਹੜਾ ਬੀਤਿਆ ਹੋਇਆ ਕੱਲ ਹੈ ਉਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ ਤੇ ਆਉਣ ਵਾਲੇ ਕੱਲ ਦਾ ਸਾਨੂੰ ਕੁਝ ਨਹੀਂ ਪਤਾ। ਸੋ ਜਿਹੜਾ ਮੂਮੈਂਟ ਹੈ ਉਸ ਨੂੰ ਇੰਜੋਏ ਕਰਨਾ ਚਾਹੀਦਾ ਹੈ। ਸੋ ਥੈਂਕ ਯੂ ਸੋ ਮਚ ਕਸ਼ਿਸ਼। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨੇਮ ਹੈ? मैम कंचन। ਓਕੇ ਕੰਚਨ, ਸੋ ਕਿਹੜਾ ਸਪੈਸ਼ਲ ਟੈਲੈਂਟ ਹੈ ਤੁਹਾਡੇ ਅੰਦਰ? मैम मैं पोइम सुनाना चाहती हूँ। गुजर रही है उम्र पर जीना अभी बाकी है, जिन हालातों ने पटका है ज़मीन पर उन्हें उठकर जवाब देना अभी बाकी है, चल रही हूँ मंजिल के सफ़र में, चल रही हूँ मंजिल के सफ़र में, मंजिल को पाना अभी बाकी है, कर लेने दो लोगों को चर्चे मेरी हार के, कर लेने दो लोगों को चर्चे मेरी हार के, कामयाबी का शोर मचाना अभी बाकी है, कामयाबी का शोर मचाना अभी बाकी है, वक्त को करने दो अपनी मनमानी, वक्त को करने दो अपनी मनमानी, मेरा वक्त आना अभी बाकी है, मेरा वक्त आना अभी बाकी है, कर रहे हैं सवाल जो मुझे लूज़र समझकर, उन सबको जवाब देना अभी बाकी है, निभा रही हूँ अपना किरदार, निभा रही हूँ अपना किरदार, जिंदगी के मंच पर पर्दा गिरते ही तालियों का बजना अभी बाकी है, कुछ नहीं गया हाथ से अभी, तो कुछ नहीं गया अभी हाथ से, बहुत कुछ पाना अभी बाकी है, बहुत कुछ पाना अभी बाकी है। वाह, बहुत खूब। मैनू सुन के एक शेर याद आ रहा है कि तू शाहीन है, परवाज़ है काम तेरा, तेरे सामने आसमां और भी है। तो इस तरह वड्डियां वड्डियां उडारियां लेंदे हुए अगे वधना है जी। सत श्री अकाल जी, की नाम है तुहाडा? मेरा नाम नवजोत, BJMC 3rd सेम दी स्टूडेंट हाँ जी। नवजोत, तुसी की सुनाना चाहते हो? मैं गाना सुनाना चाहूँगी। पल एक पल में ही थम सा गया तू, हाथ में हाथ जो दे गया, चलूँ मैं जहाँ जा ए तू, दाएं मैं तेरे बाएं तू, खुर्त में हवाएं तू, साथिया। बहुत सुंदर, बहुत सुंदर। हाँ जी, सत श्री अकाल, की नेम है ਤੁਹਾਡਾ? मेरा नाम अनुकृति आ। ਓਕੇ ਅਨੁਕ੍ਰਿਤੀ, ਸੋ ਅੱਜ ਕਿਹੜਾ ਟੈਲੈਂਟ ਸਾਡੇ ਸਰੋਤਿਆਂ ਦੇ ਲਈ? ਮੈਂ ਇੱਕ ਬੋਲੀ ਪਾਉਣਾ ਚਾਹੁੰਦੀ ਆ। ਬਹੁਤ ਖੂਬ। ਕਿਸੇ ਦਾ ਮਾਈ ਥਾਣੇਦਾਰ, ਕਿਸੇ ਦਾ ਮਾਈ ਅਫਸਰ, ਮੇਰੇ ਮਾਈ ਦੀ ਪੱਕੀ ਨੌਕਰੀ ਲੱਗਾ ਵਿੱਚ ਬਾਜ਼ਾਰ, ਓਏ ਹੋਏ ਕੀ ਕਰਦਾ, ਗੋਲ ਗੱਪੇ ਵੇਚਦਾ ਨਹੀਂ, ਗੋਲ ਗੱਪੇ ਵੇਚਦਾ। ਮੈਨੂੰ ਲੱਗਦਾ ਹੈ ਗੋਲ ਗੱਪਿਆਂ ਦੇ ਤੁਸੀਂ ਕਾਫੀ ਜ਼ਿਆਦਾ ਸ਼ੌਕੀਨ ਹੋ, ਤਾਂ ਹੀ ਇਹ ਬੋਲੀ ਤੁਸੀਂ ਸੁਣਾਈ ਹੈ ਨਾ ਜੀ। ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ, ਤੁਸੀਂ ਸੁਣ ਰਹੇ ਸੀ 102.7 ਮੈਗਾਹਰਟਜ਼ ਤੇ ਯੁਵਾਣੀ ਪ੍ਰੋਗਰਾਮ ਵਿੱਚ ਸੈਗਮੈਂਟ ਕੈਂਪਸ ਤੇ ਅਸੀਂ ਅੱਜ ਆਏ ਹੋਏ ਸੀ ਦੁਆਬਾ ਕਾਲਜ ਜਲੰਧਰ ਦੇ ਵਿਹੜੇ ਵਿੱਚ, ਜਿੱਥੇ ਅਸੀਂ ਸਟੂਡੈਂਟਸ ਨਾਲ ਗੱਲਬਾਤ ਕੀਤੀ, ਕੁਝ G20 ਦੇ ਬਾਰੇ ਵਿਚਾਰ ਚਰਚਾ ਕੀਤੀ। G20 ਦਾ ਇੱਕ ਸੈਮੀਨਾਰ ਵੀ ਹੋਇਆ ਸੀ। ਉਸ ਦੇ ਨਾਲ ਅਸੀਂ ਅੱਜ ਕੁਝ ਕਵਿਤਾਵਾਂ ਸੁਣੀਆਂ ਬੱਚਿਆਂ ਤੋਂ, ਕੁਝ ਸਟੂਡੈਂਟਸ ਤੋਂ ਅਸੀਂ ਅੱਜ ਗੀਤ ਵੀ ਸੁਣੇ ਤੇ ਹੁਣ ਉਮੀਦ ਕਰਦੇ ਹਾਂ ਤੁਸੀਂ ਇਹ ਪ੍ਰੋਗਰਾਮ ਇੰਜੋਏ ਕੀਤਾ ਹੋਵੇਗਾ। ਜੀ ਜੀ। ਸੋ ਮੈਨੂੰ ਲੱਗਦਾ ਬਾਗੇਸ਼ਵਰ ਸਾਨੂੰ ਅੱਜ ਬਹੁਤ ਸੋਹਣੀਆਂ ਕਵਿਤਾਵਾਂ ਸੁਣਨ ਨੂੰ ਮਿਲੀਆਂ ਹੈ ਤੇ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਨੂੰ ਵੀ ਇਹ ਸੁਣ ਕੇ ਬਹੁਤ ਹੀ ਆਨੰਦ ਆਊਗਾ। ਬਿਲਕੁਲ। ਤੇ ਦੇਖਦੇ ਹਾਂ ਇਸੇ ਤਰ੍ਹਾਂ ਜੁੜੇ ਰਹੋ 102.7 ਮੈਗਾਹਰਟਜ਼ ਤੇ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਇਸ ਦੇ ਨਾਲ ਹੀ ਯੁਵਾਨੀ ਪ੍ਰੋਗਰਾਮ ਨੂੰ ਇੰਜੋਏ ਕਰਦੇ ਰਹੋ ਸਾਡੇ ਯੁਵਾ ਦੋਸਤਾਂ ਦੇ ਨਾਲ ਰੋਜ਼ ਸ਼ਾਮੀ 5 ਤੋਂ 6। ਤੇ ਬਾਕੀ ਤੁਸੀਂ ਸਾਨੂੰ ਇੰਸਟਾਗ੍ਰਾਮ, ਫੇਸਬੁੱਕ, ਟਵਿੱਟਰ, YouTube ਤੇ ਵੀ ਆਕਾਸ਼ਵਾਣੀ ਜਲੰਧਰ ਦੇ ਨਾਂ ਤੋਂ ਸਾਨੂੰ ਲੱਭ ਸਕਦੇ ਹੋ। YouTube ਤੇ ਸਾਡੇ ਚੈਨਲ
ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਕਿਉਂਕਿ ਇਹ ਸਾਰੇ ਪ੍ਰੋਗਰਾਮਸ ਦੀ ਜਿਹੜੀ ਛੋਟੀ ਝਲਕਾਂ ਨੇ ਉਹ ਤੁਸੀਂ ਉੱਤੇ ਵੇਖ ਸਕਦੇ ਹੋ। ਤੇ ਇੰਸਟਾਗ੍ਰam, ਫੇਸਬੁੱਕ, ਟਵਿੱਟਰ ਤੇ ਵੀ ਆਕਾਸ਼ਵਾਣੀ ਜਲੰਧਰ ਦੇ ਨਾਂ ਤੋਂ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ। ਤੇ ਤੁਸੀਂ ਜੁੜੇ ਹੋਏ ਸੀ ਤੁਹਾਡੇ ਦੋਸਤ ਬਾਗੇਸ਼ਵਰ ਸਿੰਘ ਦੇ ਨਾਲ ਤੇ ਪਰਲ ਕਾਕੜੀਆ ਦੇ ਨਾਲ। ਆਸ਼ਾ ਕਰਦੇ ਹਾਂ ਅੱਜ ਦੀ ਕੈਂਪਸ ਤੁਸੀਂ ਇੰਜੋਏ ਕੀਤੀ ਹੋਏਗੀ। ਸੁਣਦੇ ਰਹੋ FM ਬਾਨ 102.7 MHz ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਚੱਲਦਾ ਪਿਆ ਹੈ ਪ੍ਰੋਗਰਾਮ ਯੂਪਾਨੀ। ਨਮਸਕਾਰ।